हाँ जी हेलो स्टूडेंट्स। ਅੱਜ मैं ਨੰਬਰ ਥਿਊਰੀ ਦਾ ਇੱਕ ਸਪੈਸ਼ਲ ਲੈਕਚਰ ਲੈ ਕੇ ਆਇਆ ਜੋ ਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਕਿਉਂ ਇੰਪੋਰਟੈਂਟ ਆ? ਕਿਉਂਕਿ ਤੁਹਾਡਾ 18 ਮਾਰਚ ਨੂੰ ਪੇਪਰ ਹੋ ਰਿਹਾ ਨੰਬਰ ਥਿਊਰੀ ਦਾ। ਸੋ ਉਹਦੇ ਰਿਗਾਰਡਿੰਗ ਮੈਂ ਇੱਕ ਸਪੈਸ਼ਲ ਲੈਕਚਰ ਲੈ ਕੇ ਆਇਆ। ਕੁਝ ਉਹ ਕੁਐਸਚਨ ਮੈਂ ਡਿਸਕਸ ਕਰਨੇ ਆ ਜਿਨ੍ਹਾਂ ਦੇ ਚਾਂਸ ਹੋਣਗੇ, ਮੋਸਟ ਐਕਸਪੈਕਟਡ ਚਾਂਸ ਹੋਣਗੇ ਉਹਨਾਂ ਦੇ, ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਉਹ ਪੇਪਰ 'ਚ ਆਉਣੇ ਆ ਕੁਐਸਚਨ, ਉਹ ਮੈਂ ਡਿਸਕਸ ਕਰੂੰਗਾ। ਸੋ ਤੁਸੀਂ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਆ ਤੁਹਾਡੇ ਲਈ, ਮਿਸ ਨਾ ਕਰਿਓ ਇਹ ਲੈਕਚਰ। ਸੋ ਵੀਡੀਓ ਨੂੰ ਸਾਰੇ ਦੇਖਣਾ ਅਤੇ ਬਾਕੀਆਂ ਆਪਣੇ ਜਿਹੜੇ ਤੁਹਾਡੇ ਫਰੈਂਡਸ ਆ ਉਹਨਾਂ ਤਾਈਂ ਵੀ ਸ਼ੇਅਰ ਕਰਨਾ, ਕਿਉਂਕਿ ਤੁਹਾਡਾ 18 ਨੂੰ ਪੇਪਰ ਹੋ ਰਿਹਾ ਅਤੇ ਅੱਜ ਮੈਂ ਜੋ ਡੇਟ ਆ ਅੱਜ ਹੋ ਗਈ 15। ਸੋ ਤੁਹਾਨੂੰ 2 ਦਿਨ ਹੋ ਰਿਹਾ ਤੁਹਾਡੇ ਕੋਲ। ਸੋ ਉਹ ਕੁਐਸਚਨ ਜੋ ਮੈਂ ਤੁਹਾਨੂੰ ਅੱਜ ਦੱਸੂੰਗਾ ਇਹ ਤੁਸੀਂ ਮਿਸ ਨਹੀਂ ਕਰਨੇ, ਇਹਨਾਂ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਜਾਣਾ। ਸਿਲੇਬਸ ਸਾਰਾ ਤਿਆਰ ਕਰਨਾ, ਬਟ ਜੋ ਮੈਂ ਤੁਹਾਨੂੰ ਕੁਐਸਚਨ ਦੱਸ ਰਿਹਾ ਉਹਨਾਂ ਨੂੰ ਬੜੇ ਧਿਆਨ ਨਾਲ ਸਮਝਣਾ, ਉਹ ਨਾ ਤੁਸੀਂ ਛੱਡ ਕੇ ਜਾਇਓ, ਉਹ ਤੁਸੀਂ ਚੰਗੀ ਤਰ੍ਹਾਂ ਪ੍ਰਪੇਅਰ ਕਰ ਲੈਣੇ ਆ। ਪਹਿਲਾ ਜੋ ਆਰਟੀਕਲ ਆ, ਫਸਟ ਚੈਪਟਰ ਆ ਡਿਵਿਜ਼ੀਬਿਲਟੀ ਵਾਲਾ ਚੈਪਟਰ, ਡਿਵੀਜ਼ਨ ਐਲਗੋਰਿਥਮ। ਬਹੁਤ ਸਾਰੇ ਚਾਂਸ ਆ ਇਹਦੇ ਪੇਪਰ 'ਚ ਆਉਣ ਦੇ, ਅਤੇ ਇਹ 2 ਤਰੀਕੇ ਦੇ ਨਾਲ ਪੇਪਰ 'ਚ ਆਉਂਦਾ। ਇੱਕ ਤਾਂ ਕੰਪਲੀਟ ਸਟੇਟਮੈਂਟ ਤੁਹਾਨੂੰ ਤੁਹਾਡੀ ਬੁੱਕ 'ਚ ਹੋਏਗੀ, ਤੁਹਾਨੂੰ ਪਤਾ ਹੀ ਹੋਏਗਾ। ਇਹ ਆਰਟੀਕਲ ਸਪੈਕਟਰਮ ਬੁੱਕ ਵਿੱਚ ਆਰਟੀਕਲ 8 ਆ। ਐਕਚੁਅਲੀ ਮੇਰੇ ਕੋਲ ਅੱਜ ਪੁਰਾਣੀ ਬੁੱਕ ਆ, ਇਹ ਐਡੀਸ਼ਨ 32 ਆ। ਮੇਰੀ ਨਿਊ ਬੁੱਕ ਮੇਰੇ ਸਟੂਡੈਂਟ ਲੈ ਕੇ ਗਏ ਹੋਏ ਆ, ਕਿਉਂਕਿ ਉਹਨਾਂ ਨੇ ਇੱਕ ਚੈਪਟਰ ਕਰਨਾ ਸੀ ਜੋ ਨਵਾਂ ਐਡ ਹੋਇਆ, ਇਸ ਕਰਕੇ ਮੇਰੇ ਕੋਲ ਪੁਰਾਣਾ ਐਡੀਸ਼ਨ ਆ। ਸੋ ਨੰਬਰਿੰਗ ਦਾ ਕਈ ਵਾਰੀ ਫਰਕ ਹੁੰਦਾ। ਡਿਵੀਜ਼ਨ ਐਲਗੋਰਿਥਮ ਤੁਸੀਂ ਇਹ ਕਰ ਚੁੱਕੇ ਆ, ਮੈਂ ਆਲਰੇਡੀ ਕਰਵਾ ਚੁੱਕਿਆ ਕਿ B = AQ + R, ਕਿ ਜੇ ਤੁਸੀਂ B ਨੂੰ ਡਿਵਾਈਡ ਕਰੋਗੇ A ਦੇ ਨਾਲ, Q ਕੁਐਸਚਨ ਅਤੇ R ਰਿਮਾਈਂਡਰ, ਅਤੇ R ਅਸੀਂ ਇਹ ਕਹਿ ਦਿੰਦੇ ਹੁੰਦੇ ਆ ਕਿ 0 ਵੀ ਹੋ ਸਕਦਾ ਐਂਡ ਲੈਸ ਦੈਨ A। ਸੋ ਰਿਮਾਈਂਡਰ 0 ਵੀ ਹੋ ਸਕਦਾ ਬਟ ਲੈਸ ਦੈਨ A। ਇਹ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ। ਕਈ ਵਾਰੀ ਅਸੀਂ ਮੋਡੂਲਸ ਵੀ ਪਾ ਲੈਂਦੇ ਹਾਂ। ਇਹ ਤੁਸੀਂ ਸਟੇਟਮੈਂਟ ਦੇਖ ਚੁੱਕੇ ਆ, ਤੁਸੀਂ ਇਹਦਾ ਪ੍ਰੂਫ ਵੀ ਕਰ ਚੁੱਕੇ ਆ, ਡਿਵੀਜ਼ਨ ਐਲਗੋਰਿਥਮ। ਬਟ ਹੁੰਦਾ ਕੀ ਆ ਕਿ ਪੇਪਰ 'ਚ ਕਈ ਵਾਰ ਇਸ ਤਰੀਕੇ ਦੀ ਸਟੇਟਮੈਂਟ ਆਉਂਦੀ, ਪੇਪਰ 'ਚ ਇਸ ਤਰੀਕੇ ਪਾ ਦਿੰਦੇ ਸਟੇਟਮੈਂਟ BQ + R ਵੇਅਰ R। ਬਸ ਤੁਸੀਂ ਜਸਟ ਰੋਲ ਇੰਟਰਚੇਂਜ ਕਰਨਾ, ਤੁਸੀਂ ਜਸਟ ਰੋਲ ਇੰਟਰਚੇਂਜ ਕਰਨਾ, A ਅਤੇ B ਨੂੰ ਜਸਟ ਇੰਟਰਚੇਂਜ ਕਰਨਾ, A ਅਤੇ B ਨੂੰ ਆਪਸ ਵਿੱਚ ਇੰਟਰਚੇਂਜ ਕਰਨਾ, ਉਹ ਤੁਹਾਡਾ ਪ੍ਰੂਫ ਹੋ ਜਾਏਗਾ। ਸੋ ਮੈਂਟਲੀ ਪ੍ਰੀਪੇਅਰ ਰਹੋ। ਤੁਸੀਂ ਪ੍ਰੂਫ ਇਸ ਕੁਐਸਚਨ ਦੇ ਅਕੋਰਡਿੰਗ ਕੀਤਾ ਹੋਏਗਾ BAQ + R, ਬਟ ਪੇਪਰ 'ਚ ਇਸ ਤਰੀਕੇ ਪੁੱਛ ਰਿਹਾ ABQ + R ਵੇਰੀਜ਼ ਫਰੋਮ 0 ਲੈਸ ਦੈਨ B, ਇਸ ਤਰੀਕੇ। ਸੋ ਕਨਫਿਊਜ਼ ਨਹੀਂ ਹੋਣਾ ਪੇਪਰ 'ਚ। ਤੁਸੀਂ ਇਹਨੂੰ ਪਹਿਲਾਂ ਹੀ ਜਿਸ ਤਰੀਕੇ ਇਹ ਥਿਓਰਮ ਕੀਤੀ ਉਹਨਾਂ ਦੇ ਜਸਟ ਰੋਲ ਇੰਟਰਚੇਂਜ ਕਰਕੇ ਇਹ ਥਿਓਰਮ ਨੂੰ ਲਿਖ ਕੇ ਦੇਖ ਲਿਓ ਇੱਕ ਵਾਰ, ਤਾਂ ਜੋ ਤੁਸੀਂ ਪੇਪਰ 'ਚ ਕਨਫਿਊਜ਼ ਨਾ ਹੋਇਓ। ਕਿਉਂਕਿ ਜਿੰਨੀ ਵਾਰੀ ਮੈਂ ਦੇਖਿਆ ਕੁਐਸਚਨ ਆਇਆ ਇਸ ਤਰੀਕੇ ਹੀ ਆਇਆ। ਸੋ ਇਸ ਤਰੀਕੇ ਤੁਸੀਂ ਇੱਕ ਵਾਰ ਇਹਨੂੰ ਕਰਕੇ ਦੇਖ ਲਿਓ। ਉਸ ਤੋਂ ਬਾਅਦ ਇਹ ਮੈਨੂੰ ਦੱਸਣਾ ਜ਼ਰੂਰੀ ਸੀ, ਇਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਕਰੋਗੇ, ਇਹਨੂੰ ਸਕਿਪ ਨਾ ਕਰਿਓ। ਉਸ ਤੋਂ ਬਾਅਦ ਜੋ ਬਹੁਤ ਜ਼ਿਆਦਾ ਚਾਂਸ ਹੁੰਦੇ ਪੇਪਰ 'ਚ ਆਉਣ ਦੇ, ਉਹਦਾ ਤੁਹਾਨੂੰ ਮੈਂ ਜਿਹੜਾ ਪ੍ਰੂਫ ਆ ਉਹ ਇਹ ਕੁਐਸਚਨ ਆ ਜੀ। ਐਗਜ਼ਾਮਪਲ ਆ ਤੁਹਾਡੀ ਬੁੱਕ 'ਤੇ, ਬਹੁਤ ਵਾਰ ਇਹ ਕੁਐਸਚਨ ਆਉਂਦਾ ਪੇਪਰ ਵਿੱਚ। ਐਗਜ਼ਾਮਪਲ 12 ਆ, ਇਫ X and Y are odd integer, if X and Y are odd integer then, ਬਹੁਤ ਇੰਪੋਰਟੈਂਟ ਆ ਜੀ, ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰੋਗੇ। X⁴ + Y⁴ - 2, ਇਹ ਕੁਐਸਚਨ ਬਹੁਤ ਵਾਰ ਆਉਂਦਾ, ਇਹਦੇ ਆਉਣ ਦੇ ਬਹੁਤ ਸਾਰੇ ਚਾਂਸ ਹੈ, ਇਸ ਕਰਕੇ ਤੁਸੀਂ ਇਹਨੂੰ ਸਕਿਪ ਨਾ ਕਰਕੇ ਜਾਇਓ। ਬਹੁਤ ਈਜ਼ੀ ਹੈ ਕੁਐਸਚਨ। ਤੁਸੀਂ X ਨੂੰ 2K + 1 ਟਾਈਪ ਲਿਖ ਲਓਗੇ, ਇੱਦਾਂ ਹੀ ਤੁਸੀਂ Y ਨੂੰ ਵੀ 2L + 1 ਟਾਈਪ ਲਿਖ ਲਓਗੇ ਔਡ ਦੀ ਫਾਰਮ 'ਚ, ਪਾਵਰ 4 ਕਰਕੇ ਐਡ ਕਰਨਾ -2, ਉਹ ਆਪਣੇ ਆਪ ਇੱਦਾਂ ਹੋ ਜਾਏਗਾ। ਫਿਰ ਵੀ ਮੈਂ ਤੁਹਾਨੂੰ ਇਹਦਾ ਪ੍ਰੂਫ ਪ੍ਰੋਵਾਈਡ ਕਰਵਾ ਰਿਹਾ, ਠੀਕ ਹੈ ਜੀ। ਇਹ ਕੁਐਸਚਨ ਤੁਸੀਂ ਸਕਿਪ ਨਹੀਂ ਕਰਨਾ। ਉਸ ਤੋਂ ਬਾਅਦ ਹਾਂਜੀ ਨੈਕਸਟ
ਇਹ ਕੁਐਸਚਨ ਵੀ ਪੇਪਰ 'ਚ ਐਗਜ਼ਾਮ 'ਚ ਕਾਫੀ ਵਾਰ ਪੁੱਛਿਆ ਜਾਂਦਾ। ਬਾਈ ਡਿਵੀਜ਼ਨ ਐਲਗੋਰਿਥਮ of n greater than equal to 1 prove that product of three consecutive integer is an integer। ਜਿਹਨੂੰ 6 ਨਾਲ ਡਿਵਾਈਡ ਕਰੀਏ ਤਾਂ ਜੋ ਵੀ ਆਨਸਰ ਆਏਗਾ ਉਹ ਇੰਟੀਜ਼ਰ ਆਏਗਾ। ਕਿਸ ਤਰੀਕੇ ਕੁਐਸਚਨ ਕਰਨਾ, ਇਹਨਾਂ ਦੀ ਪ੍ਰੋਡਕਟ ਇੱਕ ਆਪਣੇ ਕੋਲੋਂ ਹੁਣ ਸਟੈਪ ਕਰਾਂਗੇ ਅਸੀਂ। n+2 ਪਹਿਲਾਂ ਲਿਖ ਲਓ, ਉਸ ਤੋਂ ਬਾਅਦ n+1 ਇੰਟੂ n, n-1 ਨਾਲ ਮਲਟੀਪਲਾਈ, n-1 ਨਾਲ ਡਿਵਾਈਡ। ਜੋ ਵੀ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਇਹ ਵਾਲੀਆਂ ਟਰਮਾਂ ਇਹਨਾਂ ਨਾਲ ਮਲਟੀਪਲਾਈ ਕਰ ਦੋਗੇ, ਇਹਦੇ ਨਾਲ ਹੀ ਡਿਵਾਈਡ ਕਰ ਦੋਗੇ। ਅਸਲ 'ਚ ਕੀ ਆ, n-1 ਫੈਕਟੋਰੀਅਲ ਮਲਟੀਪਲਾਈ ਕੀਤਾ, ਡਿਵਾਈਡ ਕੀਤਾ ਤਾਂ ਕੀ ਹੋ ਜਾਏਗਾ 1 2 3 ਐਂਡ ਸੋ ਔਨ, ਸਾਰੇ ਕੰਸੈਕਟਿਵ ਚੱਲਦੇ ਪਏ ਆ। n+2 ਫੈਕਟੋਰੀਅਲ, 6 ਕੈਨ ਬੀ ਰਿਟਨ ਐਜ਼ 3 ਫੈਕਟੋਰੀਅਲ, ਇਹ ਹੋ ਗਿਆ n-1 ਫੈਕਟੋਰੀਅਲ। ਇਹ ਕੰਬੀਨੇਸ਼ਨ ਬਣ ਗਿਆ n+2 ਓਵਰ 3 ਫੈਕਟੋਰੀਅਲ। ਤੁਹਾਨੂੰ ਪਤਾ ਹੀ ਹੋਏਗਾ n-c-r ਹੋਵੇ ਤਾਂ ਕੀ ਹੁੰਦਾ n ਫੈਕਟੋਰੀਅਲ ਓਵਰ r ਫੈਕਟੋਰੀਅਲ, n-r ਫੈਕਟੋਰੀਅਲ। ਇਹ ਅਸੀਂ ਆਲਰੇਡੀ ਚੂਜ਼ ਕੀਤਾ। ਇਹ ਕੀ ਆ, ਇੰਟੀਜ਼ਰ ਕੰਬੀਨੇਸ਼ਨ ਕੋਈ ਵੀ ਦੇਖ ਲਓ ਉਹਦਾ ਆਨਸਰ ਇੰਟੀਜ਼ਰ ਹੀ ਆਉਣਾ। ਸੋ ਇਹੀ ਮੈਂ ਸ਼ੋਅ ਕਰਨਾ ਸੀ। ਇਹ ਸਾਡੇ ਸਟੇਟਮੈਂਟ ਇਹਦੇ ਨਾਲ ਮਿਲਦੀ ਜੁਲਦੀ 1A ਐਕਸਰਸਾਈਜ਼ ਮੇਰੀ ਬੁੱਕ 'ਤੇ ਇਹਦਾ ਕੁਐਸਚਨ ਨੰਬਰ ਜਿਹੜਾ 32 ਐਡੀਸ਼ਨ ਆ ਉਹਦੇ ਅਕੋਰਡਿੰਗ ਇਹ 15 ਆ, ਇਹਦੇ ਨਾਲ ਮਿਲਦਾ ਜੁਲਦਾ। ਸ਼ੋ ਦੈਟ ਪ੍ਰੋਡਕਟ ਆਫ 3 ਕੰਸੈਕਟਿਵ ਪੋਜ਼ਿਟਿਵ ਇੰਟੀਜ਼ਰ ਇਜ਼ ਡਿਵੀਜ਼ੀਬਲ ਬਾਏ 6। ਇਸ ਤਰੀਕੇ ਵੀ ਇਹ ਕੁਐਸਚਨ ਆ ਸਕਦਾ, ਇਸ ਤਰੀਕੇ ਵੀ ਇਹ ਕੁਐਸਚਨ ਆ ਸਕਦਾ ਅਤੇ ਪੇਪਰ 'ਚ ਐਗਜ਼ਾਮ 'ਚ ਇਸ ਤਰੀਕੇ ਇਹ ਕੁਐਸਚਨ ਆਇਆ ਹੋਇਆ। ਅਸੀਂ ਹੋਰ ਕੁਐਸਚਨ ਦੇਖਦੇ ਹਾਂ ਫਰਦਰ। ਹਾਂਜੀ, ਹੁਣ ਅਸੀਂ ਇਹ ਕੁਐਸਚਨ ਡਿਸਕਸ ਕਰਨ ਲੱਗੇ ਹਾਂ। ਕਾਫੀ ਵਾਰ ਪੇਪਰ 'ਚ ਰਿਪੀਟ ਹੁੰਦਾ, ਬਾਈ ਡਿਵੀਜ਼ਨ ਐਲਗੋਰਿਥਮ n greater than equal to 1 prove that n into n+1 n+2 over 6 is an integer। ਇਹ ਹੁਣ ਅਸੀਂ ਕੁਐਸਚਨ ਬਾਈ ਡਿਵੀਜ਼ਨ ਐਲਗੋਰਿਥਮ ਸੋਲਵ ਕਰਾਂਗੇ। ਐਵਰੀ ਇੰਟੀਜ਼ਰ n ਇਜ਼ ਆਫ ਦਾ ਟਾਈਪ, ਕਿਹੜੇ ਕਿਹੜੇ ਹੋਣਗੇ ਕਿਉਂਕਿ 6 ਨਾਲ ਡਿਵਾਈਡ ਕਰਨਾ, 6k ਕਿਉਂਕਿ ਪੋਜ਼ਿਟਿਵ ਇੰਟੀਜ਼ਰ 6k + 1 6k + 2। ਬਹੁਤ ਸਾਰੇ ਕੁਐਸਚਨ ਅਸੀਂ ਇਸ ਤਰੀਕੇ ਕਰਵਾ ਚੁੱਕੇ ਹਾਂ। 6k + 4 6k + 5, ਹਾਂਜੀ ਇਹ 6 ਹੋ ਗਏ ਪੂਰੇ। 1 2 3 4 5 6। ਹੁਣ ਫਸਟ ਕੇਸ ਕਰੋਗੇ ਵੈਨ n is equal to 6k, n into n+1 n+2 over 6। n ਨੂੰ 6k ਪੁੱਟ ਕਰੋਗੇ, 6k + 1 6k + 2 over 6। 6 ਕੈਂਸਲ ਆਊਟ ਹੋ ਗਿਆ। ਕੀ ਆ, ਕਿ ਸਾਡੇ ਕੋਲ ਇੰਟੀਜ਼ਰ ਆ, ਸੋ ਇਹ ਮੇਰਾ ਆਨਸਰ ਆ ਗਿਆ ਇੰਟੀਜ਼ਰ। ਸੋ ਇਸ ਕੇਸ ਵਿੱਚ ਜਦੋਂ ਮੈਂ n ਨੂੰ 6k ਲੈਣਾ ਮੇਰਾ ਆਨਸਰ ਇੰਟੀਜ਼ਰ ਆ ਚੁੱਕਿਆ। ਸਿਮਿਲਰਲੀ ਵੈਨ ਤੁਸੀਂ n ਨੂੰ ਲਓਗੇ 6k + 1, ਫਿਰ ਦੇਖੋ ਕੀ ਆਉਂਦਾ n into n+1 n+2। ਬਹੁਤ ਸਾਰੇ ਕੁਐਸਚਨ ਅਸੀਂ ਇਸ ਤਰੀਕੇ ਦੇ ਕਰ ਚੁੱਕੇ ਹਾਂ। 6k + 1 ਇੱਥੇ ਕੀ ਆ ਜਾਏਗਾ, n+1 ਆ ਤਾਂ ਕੀ ਆ ਜਾਏਗਾ 6k + 2 ਆ ਜਾਏਗਾ। ਇੱਥੇ n ਨੂੰ ਪੁੱਟ ਕਰੋਗੇ 6k + 1 ਅਤੇ ਇੱਥੇ ਆ ਜਾਏਗਾ 6k + 3 over 6। 2 ਇੱਥੋਂ ਕਾਮਨ, 3 ਇੱਥੋਂ ਕਾਮਨ ਅਤੇ ਕੀ ਬਾਹਰ ਆ ਜਾਏਗਾ ਕਾਮਨ 6। 6k + 1 ਇੱਥੇ ਰਹਿ ਜਾਏਗਾ 3k + 1, ਇੱਥੇ 3 ਕਾਮਨ, ਇੱਥੇ ਆ ਜਾਏਗਾ 2k + 1 ਡਿਵਾਈਡਡ ਬਾਏ 6। ਫਿਰ 6 ਕੈਂਸਲ ਆਊਟ ਹੋ ਗਿਆ ਅਤੇ ਫਿਰ ਕੀ ਆ ਗਿਆ ਮੇਰੇ ਕੋਲ ਇੰਟੀਜ਼ਰ। ਇਸ ਤਰੀਕੇ ਇਹ ਕੁਐਸਚਨ ਕਰਨਾ। ਇਹਦੇ ਤੁਸੀਂ n ਨੂੰ ਫਿਰ ਲਓਗੇ 6k + 2 ਬਿਲਕੁਲ ਸੇਮ ਇੰਟੀਜ਼ਰ ਆ ਜਾਏਗਾ, ਫਿਰ n ਨੂੰ ਲਓਗੇ 6k + 3 ਐਂਡ ਸੋ ਔਨ। ਇਸ ਤਰੀਕੇ ਤੁਸੀਂ ਇਹ ਕੁਐਸਚਨ ਕਰਨਾ। ਹੁਣ ਅਸੀਂ ਦੇਖਦੇ ਹਾਂ ਨੈਕਸਟ। ਉਸ ਤੋਂ ਅੱਗੇ ਜੀ ਜੋ ਤੁਸੀਂ ਬਿਲਕੁਲ ਨਹੀਂ ਛੱਡਣਾ ਉਹ 2B ਐਕਸਰਸਾਈਜ਼, GCD ਵਾਲੀ ਐਕਸਰਸਾਈਜ਼ ਐਂਡ ਯੂਕਲਿਡੀਅਨ ਐਲਗੋਰਿਥਮ। ਉਹ ਕੁਐਸਚਨ ਨੰਬਰ 25th, ਕੁਐਸਚਨ ਨੰਬਰ 25th, ਕੁਐਸਚਨ ਨੰਬਰ 26th ਆਲਸੋ ਮੈਂ ਆਲਰੇਡੀ ਕਰਵਾ ਚੁੱਕਿਆ ਹੋਇਆ ਹੈ। ਕੁਐਸਚਨ ਨੰਬਰ 27th, ਇਹ 3 ਕੁਐਸਚਨ ਬਿਲਕੁਲ ਨਹੀਂ ਛੱਡਣੇ। ਕੁਐਸਚਨ ਨੰਬਰ 25th ਹੈ ਜੀ, ਇਫ GCD of AB1 n is odd positive integer prove that GCD of A plus B, just ਥੋੜਾ ਜਿਹਾ ਹਿੰਟ,
कि तुसी क्वेश्चन होर ना कोई समझ लो, इस टाइप का क्वेश्चन ओवर ए प्लस बी डिविजिबल बाय एन, इस टाइप का क्वेश्चन डिविजिबल बाय एन। इत्थे माइनस भी आ सकता एग्जाम के मैं ऑलरेडी करवा चुकिया क्वेश्चन, तुसी मेरी प्लेलिस्ट देखियो, उत्थे ये लैक्चर तुहानूं मिल जाएगा। इत्थे माइनस आ सकता, ठीक है जी। इस तरीके ये क्वेश्चन भी आ सकता। ये क्वेश्चन तुसी बिल्कुल नहीं छड्डोगे, करने सारे ही आ, मैं फिर रिपीट करदा, बट ये क्वेश्चन जिहड़े आ बिल्कुल छड्डण वाले नहीं, इन्हां चों सैट क्वेश्चन हो सकता। नैक्सट उस तो नैक्सट है जी अगे द डायोफेंटाइन इक्वेशनस, जो आर्टिकल सैकेंड आ, किहड़ा आर्टिकल, प्रूव दैट लीनियर डायोफेंटाइन इक्वेशन ए एक्स प्लस बी वाई इज इक्वल टू सी। ये आर्टिकल जरूर करके जाओगे, बहुत इंपॉर्टेंट आर्टिकल है जी ये, इस करके इस आर्टिकल नहीं छड्डना, बहुत सारे चांस होणगे आउण दे। ए एक्स बी वाई इज इक्वल टू सी वेयर ए बी सी डी इंटीजर एंड नॉट बोथ ए बी जीरो हैज़ सलूशन इफ एंड ओनली इफ डी डिवाइज सी। तो सलूशन होंदे किहड़े आ, इफ x1 y1 इज़ वन ऑफ द सलूशन दैन अदर सलूशनस आर x इज़ इक्वल टू, ये सारा कर चुके हैं जी, x1 प्लस बी ओवर डी इंटू पी, y1 माइनस सी ओवर डी इंटू सम इंटीजर p ए, सॉरी इत्थे ए, हाँ जी ए क्वेश्चन असी ऑलरेडी कर चुके हैं, ये आर्टिकल कर चुके हैं। सो इस आर्टिकल नूं तुसीं छड्ड नहीं सकते, एग्जाम च सैट क्वेश्चन हो सकता। हाँ, ये नाल रिलेटेड जिहड़े क्वेश्चन है एक्सरसाइज 3A, एक्सरसाइज 3A वो तो करोगे तुसीं, वो भी आना ही आना क्वेश्चन, वो भी आना ही आना, कोई भी क्वेश्चन आ सकता इस तरीके 2x माइनस 3c इज इक्वल टू 9, कुछ ऐदा 3y, कोई भी क्वेश्चन सैट हो सकता फॉर एग्जाम्पल, वो तो करोगे बट आर्टिकल नूं तुसीं स्किप नहीं कर सकते, ये तुसीं जरूर करना। उस तो बाद नैक्सट उस तो बाद जो तुसीं करना वो आ जी फंडामेंटल थ्योरम ऑफ अर्थमैटिक। फंडामेंटल थ्योरम ये तो श्योर आ आनी पेपर च, फंडामेंटल थ्योरम ऑफ अर्थमैटिक, ये है जी चैप्टर प्राइम नंबर्स एंड देयर डिस्ट्रीब्यूशनस। ये तो श्योर आ, यूनीक फैक्टराइजेशन थ्योरम भी कहते हैं इनू, यूनीक फैक्टराइजेशन थ्योरम, ये श्योर आ जी, ये तो एक्सपैक्टड आ, ये तो आनी आ, एक्सपैक्टड आ, ये तुसीं चंगी तरह कर लो इनू, ये मैं करवाया नहीं है चैप्टर, बट चाहे क्रैम करो जो मर्जी करो, ये तुहानूं थ्योरम आनी चाहिए, ये यूनीकनैस भी नाल करनी है। ये स्टेटमेंट स्टेट एंड प्रूव आएगी है, स्टेट एंड प्रूव फंडामेंटल थ्योरम और स्टेट एंड प्रूव यूनीक फैक्टराइजेशन थ्योरम, इदां भी आ सकती है, हो सकता तुहानूं स्टेटमेंट भी दे सकते हैं। एवरी इंटीजर n ग्रेटर दैन 1 कैन बी एक्सप्रैसड एज प्रोडक्ट ऑफ प्राइम्स एंड फैक्टराइजेशन इज़ यूनीक अपार्ट फ्रॉम ऑर्डर इन विच फैक्टर्स अकर। कहने का मीनिंग ये होया, सपोज करो 30 आ, 30 तुसीं फैक्टराइज करोगे, इस तरीके बनने हैं, यूनीक आ, हो सकता मैं इस तरीके बनाए हैं, तुसीं इस तरीके बना देंगे, मतलब उन्होंने अगे पिछे लिखा जा सकता, बट होणगे सेम यही प्राइम नंबर्स। ये है जी ये आर्टिकल की कहते हैं, प्रोडक्ट ऑफ प्राइम्स, देखो प्रोडक्ट ऑफ प्राइम है, एवरी इंटीजर एक्सप्रैसड एज प्रोडक्ट ऑफ प्राइम्स एंड फैक्टराइजेशन इज़ यूनीक, फैक्टराइजेशन यूनीक होनी है, नाले कह दिता अपार्ट फ्रॉम ऑर्डर इन विच फैक्टर्स अकर, ऑर्डर अगे पिछे हो सकता। सो ये थ्योरम नूं जरूर करके जाओ, ये तो श्योर ही आ पेपर च आएगी। तो एक्सरसाइज विच एक एग्जाम्पल आ लास्ट 4th चैप्टर आ, ये उसकी लास्ट एग्जाम्पल आ, वो एक दो क्वेश्चनस भी आ, वो तुसीं जरूर ट्राई करोगे, वो सैट हो सकते हैं। एग्जाम्पल 13 आ, इस टाइप की एग्जाम्पल आ, I 1 to n 1 upon I
is not an integer, is not an integer। इस तरीके का क्वेश्चन तो थोड़े जे चांस है, ज़्यादा तो नहीं कह सकता। जो थ्योरम ना आई तो इदां का क्वेश्चन सैट हो सकता। ये क्वेश्चन है जां इहदे पैरल एक क्वेश्चन होर हो सकता। वो ये आ 20th क्वेश्चन आ जो मेरी बुक ते नंबर आ। एक्चुअली मेरी बुक स्टूडेंट लैके गए आ क्रिप्टोग्राफी करन दे लई। हाँ जी, आ वाली इस तरीके भी क्वेश्चन आ सकता। ये आ सकता जां ये आ सकता, ये भी तुसीं करोगे। जां एक क्वेश्चन रिपीट हुंदा बहुत ज़्यादा, वो की शो दैट 7th क्वेश्चन का फस्ट पार्ट आ। 7th क्वेश्चन का फस्ट पार्ट शो दैट only prime of the form n cube minus 1 is 7। ये क्वेश्चन ध्यान दे भी चांस है। ये क्वेश्चन भी काफ़ी बार रिपीट होंदा। शो दैट ओनली प्राइम ऑफ द फॉर्म n क्यू माइनस 1 इज़ 7। हाँ जी, किवें करांगे प्रूफ सोल्यूशन इहदा। n क्यू माइनस 1 फैक्टराइज कर लिया, बट n क्यू माइनस 1 तो प्राइम नंबर आ। प्राइम नंबर के तो फैक्टर होंदे ही नहीं। जे होंदे नहीं तो फिर ये भी 1 होएगा तो भी 1 होएगा। जे फैक्टर होएगा तो वो एक फैक्टर वो 1 होएगा। सो n क्यू माइनस n माइनस 1 आइदर दिस 1 और दिस 1। 1 उधर जाके प्लस हो गया, n 2 हो गया। ऐदा ही 1 कैंसल आउट हो गया। सो n कॉमन कर लो, n इंटू n प्लस 1। सो आइदर दिस 0 और दिस 0। सो n प्लस 1 इज़ इक्वल टू 0। सो n माइनस 1। सो साढ़े कोल 3 वैल्यूज़ आ गई। किहड़ियां? एक n की वैल्यू आ गई 2, एक n की वैल्यू आ गई -1, एक आ गई 0 तो एक आ गई 2। जां ये हो सकती है आइदर -1 और 0 और 2। इफ़ n माइनस 1 दैन n क्यूब माइनस 1 की होएगा -1 क्यूब। इसका आंसर आ जाएगा -2। नॉट प्राइम, ये तो प्राइम ही नहीं आया। नॉट प्राइम। इफ n 0 दैन n क्यूब -1 आ गया -1। अगेन नॉट प्राइम। प्राइम नंबर तो 2.5 तो स्टार्ट होंगे। इफ n2 दैन n क्यूब -1 8 -1 विच इज़ 7 विच इज़ प्राइम। सो विच इज़ ओनली प्राइम विच इज़ 7। यही मैं शो करना सी। हैंस लिखोगे हैंस 7 इज़ ओनली प्राइम ऑफ द फॉर्म n क्यूब -1। सो ये क्वेश्चन भी तुसीं इनू चंगी तरह कर लोगे। एक ये क्वेश्चन भी सैट हो सकता। प्रूव दैट इफ a एंड b आर गिवन इंटीजर्स नॉट बोथ 0 then set t ax plus by xy integer is precisely the set of all multiples of d where d is gcd of ab। ਇਹਦਾ ਤੁਹਾਨੂੰ ਜਿਹੜਾ ਪ੍ਰੂਫ ਆ ਉਹ ਇੱਥੇ ਤੁਹਾਨੂੰ ਮਿਲ ਜਾਏਗਾ। ਸੋ ਉਹ ਤੁਸੀਂ ਉਤਾਰ ਲੈਣਾ, ਵੀਡੀਓ ਨੂੰ ਪੌਜ਼ ਕਰਕੇ ਉਤਾਰ ਲਿਓ ਤੇ ਉਹ ਚੰਗੀ ਤਰ੍ਹਾਂ ਕਰ ਲੈਣਾ। ਇਸ ਕੁਐਸਚਨ ਦੇ ਆਉਣ ਦੇ ਵੀ ਬਹੁਤ ਸਾਰੇ ਚਾਂਸ ਹੈਗੇ, ਇਸ ਕਰਕੇ ਉਹਨੂੰ ਚੰਗੀ ਤਰ੍ਹਾਂ ਕਰਿਓ। ਨੈਕਸਟ ਬਾਕੀ ਸਟੂਡੈਂਟ ਤੁਸੀਂ ਡੈਫੀਨੇਸ਼ਨਸ ਵੀ ਪੜ੍ਹ ਕੇ ਜਾਇਓ। ਡੈਫੀਨੇਸ਼ਨਸ ਵੀ ਆ ਸਕਦੀਆਂ एग्जाम 'ਚ। ਕੰਪਲੀਟ ਰੈਜ਼ੀਡਿਊ ਸਿਸਟਮ ਜਾਂ ਰਿਡਿਊਸਡ ਰੈਜ਼ੀਡਿਊ ਸਿਸਟਮ ਇਹ ਮੈਂ ਇਹ ਵੀ ਕਰਵਾ ਚੁੱਕਿਆ। ਇਹੀ ਨਹੀਂ, ਤੁਸੀਂ ਹੋਰ ਵੀ ਡਿਵਿਜ਼ੀਬਿਲਟੀ ਦੀ ਡੈਫੀਨੇਸ਼ਨਸ, ਇਹ ਡੈਫੀਨੇਸ਼ਨਸ ਵੀ ਤੁਸੀਂ ਪੜ੍ਹ ਕੇ ਜਾਓਗੇ। ਉਸ ਤੋਂ ਬਾਅਦ ਆ ਜੀ ਜੋ ਚਾਂਸ ਆ ਚੈਪਟਰ ਨੰਬਰ 6 ਲੀਨੀਅਰ ਕੌਂਗਰੂਐਂਸਿਸ ਐਂਡ ਚਾਈਨੀ ਰਿਮਾਈਂਡਰ ਥਿਓਰਮ। ਇਹਦੇ 'ਚ ਵੀ ਆਰਟੀਕਲ 2 ਬਹੁਤ ਇੰਪੋਰਟੈਂਟ ਆ। ਆਰਟੀਕਲ 2
इस टाइप का आर्टिकल AX कॉन्ग्रुएंट टू B मोडुलो M ਜਾਂ N जो भी पेपर ਚੱਲ ਰਹੇ मोडुलो M has solution if and only if D divides B where D is GCD of A and M where D is GCD of A and M D divides B ਇਹਦੀ ਕੰਪਲੀਟ ਸਟੇਟਮੈਂਟ ਹੈ ਜੀ ਪ੍ਰੂਵ ਦੈਟ ਲੀਨੀਅਰ ਕੌਂਗਰੂਐਂਸ AX ਕੌਂਗਰੂਐਂਟ ਟੂ B ਮੋਡੂਲੋ M is solvable if and only if D divides B and where D is GCD of AM ਇਹ ਆਰਟੀਕਲ ਇਹ ਤਾਂ ਸੋਲਵੇਬਲ ਦੀ ਗੱਲ ਹੋ ਗਈ ਨਾ ਤਾਂ ਉਹਦੇ ਸੋਲੂਸ਼ਨ ਕਿਸ ਤਰੀਕੇ ਫਾਈਂਡ ਕਰਨੇ ਉਹ ਵੀ ਸੈਕੰਡ ਆਰਟੀਕਲ ਆ ਐਗਜ਼ਾਮ 'ਚ ਇਕੱਠੇ ਪੁੱਛਦੇ ਆ ਇਕੱਠਾ ਹੀ ਆ ਸਕਦਾ ਮੈਂ ਕਰਵਾਇਆ ਸ਼ਾਇਦ ਇਕੱਠਾ ਹੀ ਸੀ ਇਹ ਉਸ ਤੋਂ ਅੱਗੇ ਇਹ ਆ ਕਿ ਉਹਦਾ ਸੋਲੂਸ਼ਨ ਕਿਸ ਤਰੀਕੇ ਲਿਖਣੇ ਆ ਕਿ ਹੈਜ਼ ਐਗਜ਼ੈਕਟਲੀ ਡੀ ਇਨਕੌਂਗਰੂਐਂਟ ਸੋਲੂਸ਼ਨ ਮੋਡੂਲੋ M ਉਹ ਵੀ ਮੈਂ ਕਰਵਾ ਚੁੱਕਿਆ ਪਹਿਲੇ ਇਹ ਤੁਸੀਂ ਆਪਣੇ ਦੇਖਿਓ ਲੈਕਚਰਸ ਇਹ ਮੈਂ ਆਲਰੇਡੀ ਕਰਵਾ ਚੁੱਕਿਆ ਸੋ ਇਸ ਆਰਟੀਕਲ ਨੂੰ ਵੀ ਤੁਸੀਂ ਸਕਿਪ ਨਹੀਂ ਕਰਨਾ ਉਸ ਤੋਂ ਬਾਅਦ ਚਾਈਨੀ ਰਿਮਾਈਂਡਰ ਥਿਓਰਮ B ਐਕਸਰਸਾਈਜ਼ ਚਾਈਨੀਜ਼ ਰਿਮਾਈਂਡਰ ਥਿਓਰਮ ਵੀ ਆਉਣੀ ਹੈ ਸ਼ੋਰ ਆ ਮੈਂ ਫਿਰ ਰਿਪੀਟ ਕਰਦਾ ਚਾਈਨੀਜ਼ ਰਿਮਾਈਂਡਰ ਥਿਓਰਮ ਸ਼ੋਰ ਆ ਉਹ ਪੇਪਰ 'ਚ ਆਏਗੀ ਹੀ ਆਏਗੀ ਉਹਨੂੰ ਚੰਗੀ ਤਰ੍ਹਾਂ ਕਰ ਲਿਓ ਅਤੇ ਉਹਦੇ ਨਾਲ ਰਿਲੇਟਡ ਸਮ ਕੁਐਸਚਨ ਵੀ ਆਉਣਾ ਉਹਦੇ ਨਾਲ ਰਿਲੇਟਡ ਕੁਐਸਚਨ ਵੀ ਆਏਗਾ ਉਹ ਵੀ ਤੁਸੀਂ ਜ਼ਰੂਰ ਕਰੋਗੇ ਚਾਈਨੀਜ਼ ਰਿਮਾਈਂਡਰ ਥਿਓਰਮ ਤੁਸੀਂ ਜ਼ਰੂਰ ਕਰੋਗੇ ਅਤੇ ਉਹਦੇ ਨਾਲ ਰਿਲੇਟਡ ਕੁਐਸਚਨ ਇਸ ਤਰੀਕੇ ਦੇ ਅਸੀਂ ਕੁਐਸਚਨਸ ਬਹੁਤ ਕੀਤੇ ਆ ਇਸ ਤਰੀਕੇ ਦੇ ਮੋਡੂਲੋ 3 X congruent to modulo 5 X congruent 3 modulo 7 ਇਸ ਤਰੀਕੇ ਦੇ ਕੁਐਸਚਨਸ ਬਹੁਤ ਕਰ ਚੁੱਕੇ ਹਾਂ ਅਤੇ ਕਈ ਵਾਰ ਇਹ ਹੁੰਦਾ ਕਿ ਪਹਿਲੇ ਪੁੱਛ ਲੈਂਦੇ ਆ ਥਿਓਰਮ ਅਤੇ ਨਾਲ ਹੀ ਕਹਿ ਦਿੰਦੇ ਆ ਹੈਂਸ ਫਾਈਂਡ ਕਾਮਨ ਸੋਲੂਸ਼ਨ ਆਫ ਦੀਜ਼ ਕੌਂਗਰੂਐਂਸਿਸ ਇਸ ਤਰੀਕੇ ਵੀ ਕੁਐਸਚਨ ਆ ਜਾਂਦਾ ਸੋ ਇਹ ਵੀ ਬਹੁਤ ਇੰਪੋਰਟੈਂਟ ਆ ਤੁਸੀਂ ਇਹਨੂੰ ਸਕਿਪ ਨਹੀਂ ਕਰੋਗੇ ਉਸ ਤੋਂ ਬਾਅਦ ਹੈ ਜੀ 7th ਚੈਪਟਰ ਫਰਮਟ ਥਿਓਰਮ ਨਾਲ ਰਿਲੇਟਡ ਅਤੇ ਫਰਮਟ ਥਿਓਰਮ ਵੀ ਤੁਸੀਂ ਜ਼ਰੂਰ ਕਰੋਗੇ ਅਤੇ ਤੁਹਾਨੂੰ ਯਾਦ ਹੋਣਾ ਕਿ ਮੈਂ ਈਊਲਰ ਥਿਓਰਮ ਕਰਵਾਈ ਸੀ ਕਿ ਈਊਲਰ ਥਿਓਰਮ ਤੋਂ ਵੀ ਅਸੀਂ ਡਰਾਈਵ ਕਰ ਸਕਦੇ ਹਾਂ ਪਹਿਲੇ ਈਊਲਰ ਥਿਓਰਮ ਕਰ ਦਿਓ ਫਿਰ ਇੱਕ ਦੋ ਸਟੈਪ ਹੋਰ ਕਰੋਗੇ ਤਾਂ ਫਰਮਟ ਥਿਓਰਮ ਹੋ ਜਾਏਗੀ ਜਾਂ ਜੋ ਤੁਹਾਡੀ ਬੁੱਕ 'ਤੇ ਜਿੱਥੋਂ ਇਹ ਚੈਪਟਰ ਸਟਾਰਟ ਹੁੰਦਾ ਉੱਥੇ ਬਹੁਤ ਸਿੰਪਲ ਸਟੈਪ ਆ ਉਹ ਵੀ ਤੁਸੀਂ ਕਰ ਸਕਦੇ ਆ ਬੜੇ ਈਜ਼ੀਲੀ ਕਰ ਸਕਦੇ ਆ ਤੁਸੀਂ ਇਹਨੂੰ ਇਹ ਥਿਓਰਮ ਤੁਸੀਂ ਈਜ਼ੀਲੀ ਕਰ ਸਕਦੇ ਆ ਤੁਸੀਂ ਇਹ ਵੀ ਕਰ ਲਿਓ ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨਸ ਆ ਬਹੁਤ ਇੰਪੋਰਟੈਂਟ ਆ 7th ਚੈਪਟਰ 7A ਐਕਸਰਸਾਈਜ਼ ਕੁਐਸਚਨ ਤਾਂ ਸਾਰੇ ਬਹੁਤ ਇੰਪੋਰਟੈਂਟ ਆ ਇੱਥੋਂ ਕੋਈ ਨਾ ਕੋਈ ਕੁਐਸਚਨ ਸੈੱਟ ਹੋਣਾ ਹੀ ਹੋਣਾ ਖਾਸ ਕਰਕੇ ਐਗਜ਼ਾਮਪਲ ਲਾਸਟ ਜੋ ਮੈਨੂੰ ਲੱਗ ਰਿਹਾ ਕਿ ਉਹ ਇਸ ਵਾਰ ਪੇਪਰ 'ਚ ਆਏਗੀ ਐਗਜ਼ਾਮਪਲ 9 ਲਾਸਟ ਐਗਜ਼ਾਮਪਲ ਆ ਕੀ ਸਟੇਟਮੈਂਟ ਹੈ ਸ਼ੋ ਦੈਟ 8th ਪਾਵਰ ਆਫ ਐਨੀ ਇੰਟੀਜ਼ਰ is of the type 17l minus 1 or 17l or 17l plus 1 ਇਹਦੇ ਨਾਲ ਰਿਲੇਟਡ ਕੁਐਸਚਨਸ ਵੀ ਆ ਉਹ ਕਿਹੜੇ ਕੁਐਸਚਨ ਨੰਬਰ ਮੇਰੀ ਬੁੱਕ 'ਤੇ ਆ ਜੀ ਨੰਬਰ 10th ਅਤੇ 11th ਸ਼ੋ ਦੈਟ ਸਕੇਅਰ ਉੱਥੇ 8th ਪਾਵਰ ਕਿਹਾ ਸੀ ਇੱਥੇ ਸਕੇਅਰ ਕਿਹਾ ਸਕੇਅਰ ਆਫ ਐਨੀ ਇੰਟੀਜ਼ਰ ਇਜ਼ ਆਫ ਦਾ ਟਾਈਪ 5l minus 1 or 5l or 5l plus 1 ਇੱਦਾਂ ਇੱਕ 11th ਕੁਐਸਚਨ ਆ ਸ਼ੋ ਦੈਟ 9th ਪਾਵਰ ਇੱਥੇ 9th ਪਾਵਰ ਕਹਿ ਦਿੱਤਾ ਕਰਨਾ ਕੁਛ ਵੀ ਨਹੀਂ ਜਿੰਨੀ ਪਾਵਰ ਕਹਿੰਦੇ ਉਹ ਨਹੀਂ ਕਰੀ ਚੱਲੋ 9th ਪਾਵਰ ਆਫ ਐਨੀ ਇੰਟੀਜ਼ਰ 19l minus 1 19l 19l plus 1 ਇਹ ਤਿੰਨ ਕੁਐਸਚਨ ਸੇਮ ਟਾਈਪ ਦੇ ਆ ਇਹਨਾਂ 'ਚੋਂ ਮੈਨੂੰ ਲੱਗਦਾ ਕਿ ਇਹ ਸੈੱਟ ਹੋ ਸਕਦੇ ਆ ਕਰਨੇ ਤਾਂ ਸਾਰੇ ਹੀ ਆ ਬਟ ਇਹ ਤੁਸੀਂ ਸਕਿਪ ਨਾ ਕਰਿਓ ਹੋਰ ਕੀ ਨਹੀਂ ਕਰ ਸਕਦੇ ਸਕਿਪ ਇਹਦੇ 'ਚੋਂ ਉਹ ਆ ਜੀ ਮੇਰੀ ਬੁੱਕ 'ਤੇ ਕੁਐਸਚਨ ਨੰਬਰ 15 P is odd prime then 1 raised to power P 2 raised to power P 3 raised to power P ਇਸ ਤਰੀਕੇ ਦਾ ਕੁਐਸਚਨ ਆ ਐਂਡ ਸੋ ਔਨ ਲਾਸਟ ਵਿੱਚ ਆ P minus 1 raised to power P congruent 0 modulo P ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਰਕੇ ਜਾਓਗੇ ਉਸ ਤੋਂ ਬਾਅਦ ਆ ਜੀ 19th ਕੁਐਸਚਨ ਆ P odd prime GCD of A P1 either then show करना either A raised to power P minus 1 over 2 congruent 1
और ए रेस टू पावर पी -1 ओवर 2 कॉन्गरेंट -1 मॉडलो पी, ਜਾਂ ਕਈ ਵਾਰ ਇਕੱਠੇ ਹੀ ਕਹਿ ਦਿੰਦੇ ਹੁੰਦੇ ਆ ਏ ਰੇਸ ਟੂ ਪਾਵਰ ਪੀ -1 ਓਵਰ 2 ਕੌਂਗਰੂਐਂਟ 2 +-1, ਇਸ ਤਰੀਕੇ ਵੀ ਕਈ ਵਾਰ ਕਹਿ ਦਿੰਦੇ ਆ। ਸੋ ਇਸ ਤਰੀਕੇ ਕੁਐਸਚਨ ਆ ਸਕਦਾ ਪੇਪਰ 'ਚ, ਜਾਂ ਇੱਦਾਂ ਵੀ ਪੁੱਛਿਆ ਜਾ ਸਕਦਾ ਸੀ ਪੀ ਡਿਵਾਈਡ ਏ ਰੇਸ ਟੂ ਪਾਵਰ ਪੀ -1 ਓਵਰ 2, ਇੱਥੇ -1 ਵੀ ਆ ਸਕਦਾ +1 ਵੀ ਆ ਸਕਦਾ, ਜਾਂ ਇਕੱਠੇ ਵੀ ਸਾਈਨ ਆ ਸਕਦੇ ਆ, ਜਾਂ ਉਹ ਇਸ ਤਰੀਕੇ ਵੀ ਕਹਿ ਸਕਦੇ ਆ ਫੈਕਟਰ ਦੀ ਫਾਰਮ 'ਚ, ਇਸ ਤਰੀਕੇ ਇੱਥੇ ਪਲੱਸ ਆ ਜਾਏਗਾ। ਇਸ ਤਰੀਕੇ ਵੀ ਕੁਐਸਚਨ ਕਈ ਤਰੀਕੇ ਦੇ ਨਾਲ ਇਹ ਕੁਐਸਚਨ ਆ ਸਕਦਾ। ਸੋ ਇਹਨੂੰ ਵੀ ਤੁਸੀਂ ਸਕਿਪ ਨਾ ਕਰਿਓ। ਵੈਸੇ ਤਾਂ ਸਾਰੀ ਐਕਸਰਸਾਈਜ਼ ਇੰਪੋਰਟੈਂਟ ਆ, ਬਟ ਇਹ ਛੱਡੇ ਨਹੀਂ ਜਾ ਸਕਦੇ ਕੁਐਸਚਨ ਫਰਦਰ। ਉਸ ਤੋਂ ਅੱਗੇ ਜੀ ਵਿਲਸਨ ਥਿਓਰਮ, ਜੋ ਕਿ ਮੈਂ ਆਪਣੀ ਨੰਬਰ ਥਿਊਰੀ ਦੀ ਸੀਰੀਜ਼ ਵਿੱਚ ਇਹਦਾ ਪ੍ਰੂਫ ਕਰਾਉਣਾ ਭੁੱਲ ਗਿਆ। ਸੋ ਉਹ ਤੁਸੀਂ ਹੁਣ ਆਪਣੇ ਆਪ ਪ੍ਰੂਫ ਕਰ ਲੈਣਾ। ਵਿਲਸਨ ਥਿਓਰਮ ਦੇ ਆਉਣ ਦੇ ਵੀ ਬਹੁਤ ਸਾਰੇ ਚਾਂਸ ਆ। ਵਿਲਸਨ ਥਿਓਰਮ ਨੂੰ ਤੁਸੀਂ ਇਹ ਚੰਗੀ ਤਰ੍ਹਾਂ ਇਹਦਾ ਪ੍ਰੂਫ ਕਰ ਲਓਗੇ। ਪੀ -1 ਫੈਕਟੋਰੀਅਲ ਕੌਂਗਰੂਐਂਟ ਟੂ -1 ਮੋਡਲੋ ਪੀ। ਹਾਂਜੀ, ਉਸ ਤੋਂ ਬਾਅਦ ਜੋ ਇਸ ਐਕਸਰਸਾਈਜ਼ 7th B ਐਕਸਰਸਾਈਜ਼ ਆ, ਬਹੁਤ ਕੁਛ ਇੰਪੋਰਟੈਂਟ ਪਿਆ ਇਹਦੇ ਵਿੱਚ ਜੋ ਛੱਡਿਆ ਨਹੀਂ ਜਾ ਸਕਦਾ, ਬਹੁਤ ਜ਼ਿਆਦਾ ਇੰਪੋਰਟੈਂਟ। ਅਤੇ ਹਰ ਇੱਕ ਦਾ ਕਰਨ ਦੇ ਸਟੈਪ ਸੇਮ, ਹਰ ਇੱਕ ਦਾ ਕਰਨ ਦਾ ਸਟੈਪ ਸੇਮ। ਜਿਸ ਤਰੀਕੇ ਮੈਂ ਕੁਐਸਚਨ ਬੋਲ ਰਿਹਾ ਬੜੇ ਧਿਆਨ ਨਾਲ ਸਮਝਿਓ। ਕੁਐਸਚਨ ਨੰਬਰ 12 ਆ, ਕੁਐਸਚਨ ਨੰਬਰ 12, ਕਿਊ ਇਜ਼ ਔਡ ਪ੍ਰਾਈਮ ਦੈਨ ਕਿਊ -1 ਓਵਰ 2 ਫੈਕਟੋਰੀਅਲ ਸਕੁਏਅਰ ਕੌਂਗਰੂਐਂਟ ਟੂ +-1 ਰੇਸ ਟੂ ਪਾਵਰ ਕਿਊ -1 ਓਵਰ 2 ਕੌਂਗਰੂਐਂਟ ਟੂ 0 ਮੋਡਲੋ ਕਿਊ। ਇਸ ਤਰੀਕੇ ਦਾ ਕੁਐਸਚਨ ਮੈਂਟਲੀ ਪ੍ਰਿਪੇਅਰ ਰਹੋ। ਕਿਸ ਤਰੀਕੇ ਇਹ ਕੁਐਸਚਨ ਕਰਨੇ ਆ, ਤੁਹਾਡੀ ਟਿਪਸ 'ਤੇ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ, ਇਹ ਮੇਰੀ ਬੁੱਕ 'ਤੇ ਆ ਜੀ ਨੰਬਰ 12। ਉਸ ਤੋਂ ਅੱਗੇ ਆ ਜੀ 13, ਔਡ ਪ੍ਰਾਈਮ for any odd prime p show that 2 square into 4 square 6 square and so on p -1 square congruent to -1 raised to power p +1 over 2 modulo p। ਇਹ ਕੁਐਸਚਨ ਬਿਲਕੁਲ ਨਹੀਂ ਛੱਡਣਾ, ਇਹ ਤਾਂ ਪੇਪਰ 'ਚ ਆ ਹੀ ਜਾਣਾ। ਬਾਈ ਜੋਜ਼ਫ ਵਿਲਸਨ ਥਿਓਰਮ। ਇੱਕ ਇਹਦੇ ਨਾਲ ਰਿਲੇਟਡ ਐਗਜ਼ਾਮਪਲ ਆ, ਉਹਦੇ ਵਿੱਚ ਇਹ ਸ਼ੋਅ ਕਰਨਾ 1 ਸਕੁਏਅਰ, ਉਹਦੇ 'ਚ ਔਡ 5 ਸਕੁਏਅਰ ਐਂਡ ਸੋ ਔਨ। ਇੱਥੇ ਆ ਜਾਏਗਾ ਉਹਦੇ 'ਚ p -2 ਸਕੁਏਅਰ ਕੌਂਗਰੂਐਂਟ ਟੂ -1 p +1 ਓਵਰ 2 ਮੋਡਲੋ p। ਇੱਕ ਵਿੱਚ ਈਵਨ ਆ ਨੰਬਰ, ਇੱਕ ਵਿੱਚ ਔਡ ਆ, 2 4 6 ਅਤੇ 1 3 5। ਸੋ ਇਸ ਕੁਐਸਚਨ ਨੂੰ ਤੁਸੀਂ ਬੜੇ ਚੰਗੀ ਤਰ੍ਹਾਂ ਕਰ ਲੈਣਾ। ਇੱਦਾਂ ਹੀ ਇੱਕ ਹੋਰ ਕੁਐਸਚਨ ਆ, ਕੁਐਸਚਨ ਨੰਬਰ 15 ਆ, ਜੋ ਕਿ ਤੁਸੀਂ ਚੰਗੀ ਤਰ੍ਹਾਂ ਕਰੋਗੇ। ਉਹਦੇ 'ਚ ਇਹ ਗਿਵਨ ਹੈ ਕਿ p ਕੌਂਗਰੂਐਂਟ ਟੂ 3 ਮੋਡਲੋ 4, ਇਸ ਤਰੀਕੇ ਆ। ਦੈਨ ਸ਼ੋਅ ਕਰਨਾ p -1 ਓਵਰ 2 ਫੈਕਟੋਰੀਅਲ ਕੌਂਗਰੂਐਂਟ ਟੂ 1 ਮੋਡਲੋ p, ਇਸ ਤਰੀਕੇ। ਜਾਂ ਅੱਗੇ -1 ਵੀ ਲਿਖਿਆ, ਮਤਲਬ ਜਾਂ ਇੱਥੇ +-1 ਕਰ ਲਓ। ਉਹਨਾਂ ਨੇ ਇਹ ਲਿਖਿਆ ਆਈਦਰ ਕੌਂਗਰੂਐਂਟ ਟੂ 1 ਮੋਡਲੋ p ਔਰ ਕੌਂਗਰੂਐਂਟ ਟੂ -1 ਮੋਡਲੋ p। ਇਹ ਕੁਐਸਚਨ ਵੀ ਪੇਪਰ 'ਚ ਆ ਸਕਦਾ, ਬਹੁਤ ਇੰਪੋਰਟੈਂਟ ਇਹ ਐਕਸਰਸਾਈਜ਼ ਹੈ। ਵੈਸੇ ਕੁਐਸਚਨ ਕੋਈ ਵੀ ਆ ਸਕਦਾ, ਬਟ ਇਹਨਾਂ ਦੇ ਆਉਣ ਦੇ ਚਾਂਸਿਸ ਬਹੁਤ ਇਨਕਰੀਜ਼ ਹੋ ਜਾਂਦੇ ਆ। ਸੋ ਇਹਨਾਂ ਨੂੰ ਤੁਸੀਂ ਬੜੇ ਚੰਗੀ ਤਰ੍ਹਾਂ ਕਰੋਗੇ। ਨੈਕਸਟ ਇਹ ਸੀ 7th ਚੈਪਟਰ। ਉਸ ਤੋਂ ਬਾਅਦ ਅੱਗੇ ਆ ਜਾਂਦਾ ਜੀ 8th ਚੈਪਟਰ, ਈਊਲਰ ਫਾਈ ਫੰਕਸ਼ਨ। ਅਤੇ ਸਭ ਤੋਂ ਜੋ ਇੰਪੋਰਟੈਂਟ ਆ ਇਸ ਈਊਲਰ ਫਾਈ ਫੰਕਸ਼ਨ 'ਚ, ਉਹ ਆ ਜੀ ਮਲਟੀਪਲਾਈਕੇਟਿਵ ਫੰਕਸ਼ਨ। ਤੁਸੀਂ ਇੱਕ 9th ਚੈਪਟਰ ਤੁਹਾਨੂੰ ਪੜ੍ਹਾਇਆ ਗਿਆ ਅਰਥਮੈਟਿਕ ਫੰਕਸ਼ਨਸ, ਉਹਦੇ 'ਚ ਤੁਸੀਂ ਇੱਕ ਸਮ ਫੰਕਸ਼ਨ ਪੜ੍ਹਿਆ, ਇੱਕ ਕਿਹੜੇ ਕਿਹੜੇ ਫੰਕਸ਼ਨ ਪੜ੍ਹੇ ਉੱਥੇ ਤੁਸੀਂ ਇੱਕ ਟੌ ਫੰਕਸ਼ਨ ਪੜ੍ਹਿਆ, ਟੌ ਐਨ। ਉਹਨੂੰ ਡੀ ਐਨ ਦੇ ਨਾਲ ਵੀ ਡਿਨੋਟ ਕਰਦੇ ਸੀ, ਉਹਨੂੰ ਟੀ ਐਨ ਦੇ ਨਾਲ ਵੀ ਡਿਨੋਟ ਕਰਦੇ ਸੀ। ਫਿਰ ਅਸੀਂ ਇੱਕ ਸਮ ਫੰਕਸ਼ਨ ਪੜ੍ਹਿਆ ਸਿਗਮਾ ਐਨ, ਫਿਰ ਅਸੀਂ
एक म्यू मोबियस फंक्शन पढ़िया, इन्होंने सारे भी शो करना कि मल्टीप्लाइकेटिव फंक्शन है, तो मैं करवा भी चुकिया ऑलरेडी। हुण ये है जी फाई नंबर ऑफ पॉजिटिव इंटीजर लैस दैन n एंड को प्राइम टू n, वो आ फाई n। इनू असी मल्टीप्लाइकेटिव शो करना, इज़ मल्टीप्लाइकेटिव फंक्शन, ये असी शो करांगे। वेरी वेरी इंपॉर्टेंट एक्सपैक्टेड है, ये भी आ सकता पेपर च, तो वह तुहानूं प्रूफ इत्थे मिल जाएगा। इहदा तुसीं प्रूफ उतार के उन्होंने चंगी तरह तैयार कर लेना। थोड़ी वर्डिंग जरूर है बट बहुत सिंपल वर्डिंग है, वो तुसीं इनू तैयार कर लोगे। नैक्सट हाँ, साडा जो नैक्सट बहुत इंपॉर्टेंट क्वेश्चन है जो एग्जाम च आ सकता, फाई n इज़ ईवन इफ़ एंड ओनली इफ़ n ग्रेटर दैन 2। ये भी तुसीं चंगी तरह कर लोगे, बहुत इंपॉर्टेंट है, बहुत ही इंपॉर्टेंट है। नैक्सट ये क्वेश्चन बहुत इंपॉर्टेंट, ये भी एक्सपैक्ट कर लो कि पेपर च आ सकता। सम ऑफ पॉजिटिव इंटीजर लैस दैन n को प्राइम टू n इज़ इक्वल टू 1/2n फाई n, और इदां भी आ सकता सम ऑफ पॉजिटिव इंटीजर, सपोज करो कि पॉजिटिव इंटीजर मैं नाम देता m, लैस दैन n आ, वो m n तो लैस आ, तो वो m तो n की GCD 1 आ, तो शो करना कि वो ये इक्वल आ। बहुत ही इंपॉर्टेंट है, तुसीं ये भी करोगे। ये शर्मा पब्लिकेशन की बुक ते तुहानूं मिल जाएगा। ये क्वेश्चन कित्थे मिलेगा तुहानूं? ये यूलर्स फाई फंक्शन एक्सरसाइज 8C एक्सरसाइज प्रॉपर्टी नंबर सेकंड, प्रॉपर्टी नंबर सेकंड 8C एक्सरसाइज 8C प्रॉपर्टी सेकंड। बहुत ईजी है, तुसीं इनू ईजिली कर सकते हैं, इनू तुसीं ईजिली कर सकते हैं। नैक्सट हाँ जी, एक आ क्वेश्चन एग्जाम च मोस्टली आंदा, शो दैट फॉर एनी इंटीजर n ग्रेटर दैन इज इक्वल टू 3 सिग्मा k1 to n म्यू k फैक्टोरियल इज इक्वल टू 1। ये असी शो करना। हुण फर्क की आ? फर्क इत्थे आ, जो साडी जो बुक विच स्टेटमेंट आ उत्थे ये कंडीशन नहीं हैगी उहदे विच, सो तुसीं गलती कर लेनी सी क्वेश्चन करन विच। तां देखो की आना मेरे कोल, n दी विच जो वैल्यू आ वो 3 जां 3 तो ज़्यादा। हाँ जी, वैसे कोई फर्क नहीं पैना। हाँ, कंडीशन के ते आ। हाँ जी, किवें आएगा ये? बड़े ध्यान नाल समझो इसदा सलूशन। k1 to n म्यू k फैक्टोरियल, पहले k नूं 1 पुट करोगे तो की आ जाएगा 1 फैक्टोरियल प्लस 2 पुट करोगे 2 फैक्टोरियल प्लस म्यू 3 फैक्टोरियल प्लस म्यू 4 फैक्टोरियल एंड सो ऑन। हुण 1 फैक्टोरियल इज़ 1, सो म्यू 1, 2 फैक्टोरियल इज़ 2, 3 फैक्टोरियल इज़ 6 एंड 4 फैक्टोरियल इज़ 24, और यू कैन से 4 into 3 into 2 into 1 and so on। बट बड़े ध्यान नाल समझना, म्यू वन कितना होएगा? म्यू 1 इज़ 1। म्यू 2 कितना होएगा? -1 रेज़ टू पावर 1। म्यू 6 कितना होएगा? क्योंकि 6 नूं असीं 2 into 3 2 फैक्टर आउणगे, वो हो जाएगा -1 स्क्वेयर। सो अदर हो जाएंगे 0, 1 -1 +1, बाकी हो गए सारे 0। सो आंसर आ गया 1। हुण म्यू 4 क्यों 0 होया? क्योंकि 4 इज़ डिवाइज़र ऑफ 24, परफेक्ट स्केयर डिवाइड कर रहा। 4 इज़ फैक्टर ऑफ 24, दैट्स वाई म्यू 24 इज़ 0। जे म्यू 4 फैक्टोरियल 0 आ
which implies mu 5 factorial which is equal to 5 4 factorial into 5 ਉਹ ਵੀ 0 ਹੋਏਗਾ ਐਂਡ ਸੋ ਇਸ ਤਰੀਕੇ ਇਹ ਕੁਐਸਚਨ ਕਰਨਾ ਸੀ। ਸੋ ਇਹ ਕੰਡੀਸ਼ਨ ਦੇਖ ਕੇ ਨਾ ਡਰ ਜਾਓ, ਇਹ ਸਟੇਟਮੈਂਟ 'ਚ ਲਿਖੀ ਹੋ ਵੀ ਸਕਦੀ ਆ, ਨਹੀਂ ਵੀ ਹੋ ਸਕਦੀ। ਠੀਕ ਹੈ ਜੀ, ਇਹ ਕੰਡੀਸ਼ਨ ਲਿਖੀ ਹੋ ਵੀ ਸਕਦੀ ਆ, ਨਹੀਂ ਵੀ ਹੋ ਸਕਦੀ। ਕੁਛ ਕੁਐਸਚਨਸ 9th ਚੈਪਟਰ ਨੂੰ ਤਾਂ ਅਸੀਂ ਬਹੁਤ ਚੰਗੀ ਤਰ੍ਹਾਂ ਕਰਨਾ ਕਿਉਂਕਿ ਪੂਰਾ ਸੈਕਸ਼ਨ ਹੀ ਉਹਦੇ 'ਚੋਂ ਆਉਣਾ। ਸੋ ਉਹ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਕਰੋਗੇ। ਮੋਬੀਅਸ ਇਨਵਰਸ਼ਨ ਫਾਰਮੂਲਾ ਚੰਗੀ ਤਰ੍ਹਾਂ ਕਰੋਗੇ, ਉਹ ਤਾਂ ਮੈਂ ਆਲਰੇਡੀ ਤੁਹਾਨੂੰ ਕਹਿ ਚੁੱਕਿਆ ਕਿ ਉਹ ਸਾਰਾ ਕੁਝ ਤੁਸੀਂ ਚੰਗੀ ਤਰ੍ਹਾਂ ਕਰਨਾ, ਉਹਦੇ 'ਚੋਂ ਤਾਂ ਕੋਈ ਗੁੰਜਾਇਸ਼ ਹੀ ਨਹੀਂ। ਉਹ ਚੈਪਟਰ ਨੂੰ ਤੁਸੀਂ ਬਿਲਕੁਲ ਵਧੀਆ ਤਰੀਕੇ ਦੇ ਨਾਲ ਉਹਨੂੰ ਤੁਸੀਂ ਕਰੋਗੇ। ਮੋਬੀਅਸ ਇਨਵਰਸ਼ਨ ਫਾਰਮੂਲਾ ਹੋਇਆ, ਜੋ ਤੁਹਾਨੂੰ ਕਰਵਾਇਆ ਗਿਆ ਉਹ ਤੁਸੀਂ ਈਜ਼ੀਲੀ ਕਰ ਸਕਦੇ ਆ, ਬੜੇ ਚੰਗੀ ਤਰ੍ਹਾਂ ਕਰ ਸਕਦੇ ਆ। ਮਲਟਿਨ ਲੈਮਾ ਵੀ ਕਾਫੀ ਵਾਰ ਰਿਪੀਟ ਹੁੰਦਾ, ਮਲਟਿਨਸ ਲੈਮਾ ਆਰਟੀਕਲ 17। ਸੋ ਮੋਬੀਅਸ ਫੰਕਸ਼ਨ ਮਲਟੀਪਲੀਕੇਟਿਵ ਫੰਕਸ਼ਨ ਆ, ਇਹ ਵੀ ਕਰਨਾ। ਮੋਬੀਅਸ ਫੰਕਸ਼ਨ ਦੀ ਡੈਫੀਨੇਸ਼ਨ ਵੀ ਤੁਹਾਨੂੰ ਆਉਣੀ ਚਾਹੀਦੀ ਹੈ, ਉਹ ਤੁਸੀਂ ਚੰਗੀ ਤਰ੍ਹਾਂ ਕਰੋਗੇ, ਉਹ ਬਹੁਤ ਇੰਪੋਰਟੈਂਟ ਆ। ਸੋ ਉਹਨੂੰ ਤੁਸੀਂ ਨਾ ਛੱਡਿਓ। ਹੋਰ ਜੋ ਈਊਲਰ ਥਿਓਰਮ, ਫਰਮਟ ਥਿਓਰਮ, ਚਾਈਨੀਜ਼ ਰਿਮਾਈਂਡਰ ਥਿਓਰਮ, ਇਹ ਸਾਰੀਆਂ ਥਿਓਰਮ ਤੁਸੀਂ ਵਿਲਸਨ ਥਿਓਰਮ, ਇਹ ਸਾਰੀਆਂ ਚੰਗੀ ਤਰ੍ਹਾਂ ਕਰੋਗੇ। ਇਹ ਥੋੜ੍ਹਾ ਮੇਰਾ ਗੈਸ ਆ ਕਿ ਇਹਨਾਂ 'ਚੋਂ ਕਾਫੀ ਪੇਪਰ ਸੈੱਟ ਹੋਣ ਦੇ ਚਾਂਸਿਸ ਹੋ ਸਕਦੇ ਆ। ਬਾਕੀ 18 ਤੋਂ ਬਾਅਦ ਫੋਨ ਕਰਕੇ ਦੱਸਿਓ ਕਿ ਇਹ ਕੁਛ ਇਹਨਾਂ 'ਚੋਂ ਕੁਛ ਸੈੱਟ ਹੋਇਆ ਵੀ ਆ ਜਾਂ ਨਹੀਂ ਹੋਇਆ। ਹੁਣ ਮੇਰੇ ਕਹਿਣ ਦਾ ਮੀਨਿੰਗ ਇਹ ਨਹੀਂ ਕਿ ਜਸਟ ਇੰਨੇ ਪੜ੍ਹਨਾ, ਇਹ ਤਾਂ ਉਹ ਚੀਜ਼ਾਂ ਜੋ ਤੁਸੀਂ ਛੱਡਿਓ ਨਾ ਬਿਲਕੁਲ ਹੀ। ਅਤੇ ਬਾਕੀ ਸਾਰਾ ਅਸੀਂ ਰਿਵੀਜ਼ਨ ਕਰਾਂਗੇ, ਚੰਗੀ ਤਰ੍ਹਾਂ ਰਿਵਾਈਜ਼ ਕਰਿਓ। ਥੈਂਕ ਯੂ।